ਦਰਸ਼ਕੋ, ਸਰੋਤਿਓ ਅਤੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ। ਇਸ ਵੀਡੀਓ ਰਾਹੀਂ ਅਸੀਂ ਤੁਹਾਡੀ ਪਛਾਣ ਕਰਾਵਾਂਗੇ ਪੰਜਾਬੀ ਭਾਸ਼ਾ ਦੇ ਇਤਿਹਾਸ ਨਾਲ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ। ਇਹ ਵੀਡੀਓ ਜਿੱਥੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਜਿਹੜਾ ਟੌਪਿਕ ਹੈਗਾ ਪੰਜਾਬੀ ਭਾਸ਼ਾ ਦਾ ਇਤਿਹਾਸ ਅਤੇ ਇਲਾਕਾਈ ਵੰਨਗੀਆਂ, ਜਿੱਥੇ ਉਸ ਨੂੰ ਪੜ੍ਹਨ ਲਈ ਇਹ ਸਹਾਈ ਹੋਵੇਗਾ, ਉੱਥੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਤੇ ਪੰਜਾਬੀ ਭਾਸ਼ਾ ਬਾਰੇ ਜਾਣਨ ਵਾਲੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਇਹ ਵੀਡੀਓ ਵਧੀਆ ਲੱਗੇਗੀ, ਕਿਉਂਕਿ ਇਸ ਵੀਡੀਓ ਰਾਹੀਂ ਅਸੀਂ ਪੰਜਾਬੀ ਭਾਸ਼ਾ ਦੇ ਮਾਣਮੱਤੇ ਇਤਿਹਾਸ ਅਤੇ ਵਿਕਾਸ ਉੱਪਰ ਚਾਨਣਾ ਪਾਵਾਂਗੇ। ਤਾਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਇਸ ਵੀਡੀਓ ਦੇ ਰਾਹੀਂ ਕੀਤੀਆਂ ਜਾਣਗੀਆਂ, ਜਿਨ੍ਹਾਂ ਗੱਲਾਂ ਨੂੰ ਜਦੋਂ ਤੁਸੀਂ ਜਾਣੋਗੇ ਤਾਂ ਤੁਹਾਨੂੰ ਪੰਜਾਬੀ ਭਾਸ਼ਾ ਉੱਤੇ ਮਾਣ ਮਹਿਸੂਸ ਹੋਵੇਗਾ ਤੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਪ੍ਰਾਚੀਨ ਕਾਲ ਤੱਕ ਕਿਵੇਂ ਫੈਲੀਆਂ ਹੋਈਆਂ ਨੇ। ਪੰਜਾਬੀ ਭਾਸ਼ਾ ਸਾਨੂੰ ਵੇਖਣ ਨੂੰ ਨਵੀਂ ਲੱਗਦੀ ਹੈ, ਪਰ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਪਿਛੋਕੜ ਉੱਪਰ ਝਾਤ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਦਾ ਪਿਛੋਕੜ ਪ੍ਰਾਚੀਨ ਪ੍ਰਾਕ੍ਰਿਤਾਂ ਦੇ ਨਾਲ ਜਾਂ ਵੈਦਿਕ ਭਾਸ਼ਾਵਾਂ ਦੇ ਨਾਲ ਜਾਂ ਸੰਸਕ੍ਰਿਤ ਨਾਲ ਜਾਂ ਕਹਿ ਲਓ ਕਿ ਮਨੁੱਖੀ ਇਤਿਹਾਸ ਦੇ ਮੁੱਢਲੇ ਪੜਾਵਾਂ ਦੇ ਨਾਲ ਪੰਜਾਬੀ ਭਾਸ਼ਾ ਦਾ ਸੰਬੰਧ ਜਾ ਜੁੜਦਾ ਹੈ। ਸੋ ਆਓ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਸ਼ਾ ਇੱਕ ਮਨੁੱਖੀ ਪ੍ਰਕਿਰਿਆ ਹੈ, ਜਿਸ ਦਾ ਕਾਰਜ ਭਾਵਾਂ ਅਤੇ ਵਿਚਾਰਾਂ ਦਾ ਸੰਚਾਰ ਕਰਨਾ ਹੈ। ਸੋ ਭਾਸ਼ਾ ਹੀ ਮਨੁੱਖੀ ਸੰਚਾਰ ਦਾ ਪ੍ਰਮੁੱਖ ਮਾਧਿਅਮ ਹੈ। ਜੀਭ ਦੁਆਰਾ ਜਾਂ ਸਾਡੇ ਉਚਾਰਨ ਅੰਗਾਂ ਦੁਆਰਾ ਜਿਹੜੀਆਂ ਅਸੀਂ ਧੁਨੀਆਂ ਜਾਂ ਬੋਲ ਉਤਪੰਨ ਕਰਦੇ ਹਾਂ, ਉਹਨਾਂ ਨੂੰ ਸਮੂਹਿਕ ਰੂਪ ਦੇ ਵਿੱਚ ਉਚਾਰ ਕੇ ਅਸੀਂ ਭਾਸ਼ਾ ਨੂੰ ਜਨਮ ਦਿੰਦੇ ਹਾਂ। ਭਾਸ਼ਾ ਬੁਨਿਆਦੀ ਰੂਪ ਵਿੱਚ ਇੱਕ ਸੰਚਾਰ ਦਾ ਮਾਧਿਅਮ ਹੈ। ਭਾਸ਼ਿਕ ਸਿਸਟਮ ਦੇ ਅੰਤਰਗਤ ਭਾਸ਼ਾ ਨੂੰ ਮੁੱਖ ਰੂਪ ਵਿੱਚ ਅਸੀਂ ਦੋ ਹਿੱਸਿਆਂ ਵਿੱਚ ਵੰਡ ਕੇ ਵੇਖਦੇ ਹਾਂ। ਇੱਕ ਹੈਗੀ ਹੈ ਲਿਖਤੀ ਭਾਸ਼ਾ ਅਤੇ ਦੂਸਰੀ ਹੈਗੀ ਹੈ ਮੌਖਿਕ ਭਾਸ਼ਾ। ਮੌਖਿਕ ਭਾਸ਼ਾ ਦਾ ਸੰਬੰਧ ਉਹਨਾਂ ਧੁਨੀਆਂ ਨਾਲ ਹੈ ਜਿਨ੍ਹਾਂ ਨੂੰ ਅਸੀਂ ਉਚਾਰਦੇ ਹਾਂ ਤੇ ਉਹਨਾਂ ਧੁਨੀਆਂ ਦੇ ਸਾਰੇ ਪ੍ਰਬੰਧ ਨਾਲ ਤੇ ਉਹਦੇ ਵਿਗਿਆਨ ਨਾਲ ਹੈ। ਲਿਖਤੀ ਭਾਸ਼ਾ ਦਾ ਸੰਬੰਧ ਉਹਨਾਂ ਚਿੰਨ੍ਹਾਂ ਨਾਲ ਹੈ ਜਿਹੜੇ ਚਿੰਨ੍ਹ ਅਸੀਂ ਕਿਸੇ ਲਿਪੀ ਦੇ ਅੰਤਰਗਤ ਲਿਖ ਕੇ ਉਹਨੂੰ ਪ੍ਰਗਟ ਕਰਦੇ ਹਾਂ। ਸੋ ਇਸ ਵੀਡੀਓ ਰਾਹੀਂ ਅਸੀਂ ਪੰਜਾਬੀ ਭਾਸ਼ਾ ਦੇ ਇਤਿਹਾਸ ਅਤੇ ਇਸ ਦੇ ਵਿਕਾਸ ਉੱਪਰ ਚਾਨਣਾ ਪਾਵਾਂਗੇ। ਪੰਜਾਬੀ ਭਾਸ਼ਾ ਦੀਆਂ ਇਲਾਕਾਈ ਵੰਨਗੀਆਂ ਲਈ ਅਸੀਂ ਇੱਕ ਹੋਰ ਵੀਡੀਓ ਤਿਆਰ ਕਰਾਂਗੇ, ਉਹ ਇਸੇ ਵੀਡੀਓ ਦਾ ਭਾਗ 2 ਹੋਵੇਗਾ। ਸੋ ਪੰਜਾਬੀ ਭਾਸ਼ਾ ਦੇ ਪਿਛੋਕੜ ਉੱਪਰ ਥੋੜੀ ਜੀ ਨਜ਼ਰ ਮਾਰ ਲੈਂਦੇ ਹਾਂ। ਪੰਜਾਬੀ ਭਾਸ਼ਾ ਦਾ ਪਿਛੋਕੜ ਸੰਸਕ੍ਰਿਤ ਨਾਲ ਜਾ ਜੁੜਦਾ ਹੈ। ਸੰਸਕ੍ਰਿਤ ਦਾ ਅਰਥ ਹੈ ਸੁਧਾਰ ਕੀਤੀ ਹੋਈ ਬੋਲੀ ਜਾਂ ਸੁਧਾਰੀ ਹੋਈ ਬੋਲੀ। ਅਸੀਂ ਦੱਸ ਦਈਏ ਕਿ ਮੁੱਢਲੇ ਰੂਪ ਦੇ ਵਿੱਚ ਮਨੁੱਖ ਨੇ ਭਾਸ਼ਾ ਦਾ ਵਿਕਾਸ ਕਈ ਤਰੀਕਿਆਂ ਨਾਲ ਕੀਤਾ ਹੈ, ਭਾਵ ਕਿ ਭਾਸ਼ਾ ਦੇ ਵਿਕਸਿਤ ਹੋਣ ਬਾਰੇ ਜਾਂ ਭਾਸ਼ਾ ਦੇ ਉਤਪੰਨ ਹੋਣ ਬਾਰੇ ਬਹੁਤ ਸਾਰੀਆਂ ਪ੍ਰਣਾਲੀਆਂ ਪ੍ਰਚਲਿਤ ਨੇ, ਬਹੁਤ ਸਾਰੇ ਸਿਧਾਂਤ ਦਿੱਤੇ ਗਏ ਨੇ ਇਸ ਬਾਰੇ, ਜਿਵੇਂ ਕਿ ਕੁਦਰਤੀ ਪ੍ਰਕਿਰਿਆ ਦੌਰਾਨ ਮੀਂਹ ਦੇ ਆਉਣ ਦੀ ਆਵਾਜ਼, ਹਵਾ ਦੇ ਚੱਲਣ ਦੀ ਆਵਾਜ਼, ਦਰਖਤਾਂ ਦੇ ਹਿੱਲਣ ਦੀ ਆਵਾਜ਼, ਪੱਤਿਆਂ ਦੀ ਖੜਖੜ ਦੀ ਆਵਾਜ਼, ਪਾਣੀ ਦੇ ਚੱਲਣ ਦੀ ਆਵਾਜ਼ ਜਾਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਆਵਾਜ਼ਾਂ ਨੂੰ ਪ੍ਰਤੀਕਾਤਮਕ ਰੂਪ ਦੇ ਵਿੱਚ ਮਨੁੱਖ ਨੇ ਵਰਤ ਕੇ ਭਾਸ਼ਾ ਦਾ ਵਿਕਾਸ ਕੀਤਾ। ਮੁੱਢਲੇ ਮਨੁੱਖ ਦੀ ਭਾਸ਼ਾ, ਮੈਂ ਉਸ ਸਮੇਂ ਦੇ ਮਨੁੱਖ ਦੀ ਗੱਲ ਕਰ ਰਿਹਾ ਜਦੋਂ ਮਨੁੱਖ ਨੂੰ ਹਜੇ ਗਿਆਨ ਜਾਂ ਵਿਗਿਆਨ ਜਾਂ ਸਿੱਖਿਆ ਬਾਰੇ ਬਹੁਤਾ ਇਲਮ ਨਹੀਂ ਸੀ, ਤਾਂ ਉਸ ਸਮੇਂ ਕੁਦਰਤੀ ਰੂਪ ਦੇ ਵਿੱਚ ਜਿਹੜੀ ਭਾਸ਼ਾ ਮਨੁੱਖ ਬੋਲਦਾ ਸੀ ਉਸ ਨੂੰ ਮੁੱਢਲੀ ਪ੍ਰਾਕ੍ਰਿਤ ਵੀ ਆਪਾਂ ਕਹਿ ਸਕਦੇ ਹਾਂ। ਇਹ ਜਿਹੜੀ ਪ੍ਰਾਕ੍ਰਿਤ ਸੀ ਇਹ ਆਮ ਲੋਕਾਂ ਦੀ ਬੋਲਚਾਲ ਦੀ ਬੋਲੀ ਸੀ। ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਹਰ ਯੁੱਗ ਦੇ ਵਿੱਚ ਕੋਈ ਵੀ ਭਾਸ਼ਾ ਦੋ ਪੱਧਰਾਂ ਦੇ ਉੱਤੇ ਹੁੰਦੀ ਹੈ, ਇੱਕ ਆਮ ਬੋਲਚਾਲ ਦੇ ਪੱਧਰ ਤੇ ਦੂਸਰੀ ਵਿਦਵਤਾ ਦੇ ਪੱਧਰ ਤੇ ਜਾਂ ਕਹਿ ਲਓ ਗਿਆਨ ਦੇ ਪੱਧਰ ਤੇ। ਜਿਵੇਂ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੀ ਉਦਾਹਰਨ ਲੈ ਸਕਦੇ ਹਾਂ ਕਿ ਸਾਡੀ ਪੰਜਾਬੀਆਂ ਦੀ ਆਮ ਬੋਲਚਾਲ ਦੀ ਬੋਲੀ ਹੈ ਜਿਹੜੀ ਅਸੀਂ ਆਪਣੀ ਸੁਧਾਰਨ ਜ਼ਿੰਦਗੀ ਦੇ ਵਿੱਚ ਵਿਚਰਦੇ ਹੋਏ ਬੋਲਦੇ ਹਾਂ, ਤੇ ਜਿਹੜੀ ਬੋਲੀ ਆਲੋਚਕ ਜਾਂ ਸਾਹਿਤਕਾਰ ਜਾਂ ਵਿਦਵਾਨ ਵਰਤਦੇ ਹਨ ਉਹਨਾਂ ਵਿੱਚ ਵੀ ਕਾਫੀ ਅੰਤਰ ਹੁੰਦਾ ਹੈ। ਕਈ ਵਾਰੀ ਵਿਦਵਾਨਾਂ ਦੀ ਭਾਸ਼ਾ ਸਾਨੂੰ ਸਮਝਣ ਵਿੱਚ ਬਹੁਤ ਦਿੱਕਤ ਮਹਿਸੂਸ ਹੁੰਦੀ ਹੈ ਅਤੇ ਇਹੀ ਅੰਤਰ ਹੁੰਦਾ ਹੈ ਵਿਦਵਾਨਾਂ ਦੀ ਭਾਸ਼ਾ ਵਿੱਚ ਅਤੇ ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਵਿੱਚ। ਮੁੱਢਲੀ ਪ੍ਰਾਕ੍ਰਿਤ ਜਿਹੜੀ ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਸੀ, ਉਸ ਵਿੱਚੋਂ ਵਿਦਵਾਨਾਂ ਨੇ ਸੁਧਾਰ ਕੇ ਇੱਕ ਬੋਲੀ ਵਿਕਸਿਤ ਕੀਤੀ ਜਿਸ ਨੂੰ ਸੰਸਕ੍ਰਿਤ ਕਿਹਾ ਗਿਆ। ਇਹ ਸੰਸਕ੍ਰਿਤ ਬੋਲੀ ਦਾ ਵਿਕਾਸ ਕਰਨ ਦਾ ਮੁੱਖ ਕਾਰਨ ਇਹੀ ਸੀ ਕਿ ਉਹ ਇਸ ਸੰਸਕ੍ਰਿਤ ਦੀ ਵਰਤੋਂ ਕਰਦੇ ਹੋਏ ਸਾਹਿਤ ਦੀ ਰਚਨਾ ਕਰਨਾ ਚਾਹੁੰਦੇ ਸਨ। ਇਹ ਸਾਹਿਤ ਸਧਾਰਨ ਰੂਪ ਵਿੱਚ ਸਾਹਿਤ ਵੀ ਹੋ ਸਕਦਾ ਸੀ ਜਾਂ ਧਾਰਮਿਕ ਸਾਹਿਤ ਵੀ ਹੋ ਸਕਦਾ ਸੀ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਵੇਦਾਂ ਦੀ ਸਿਰਜਣਾ ਕੀਤੀ ਗਈ। ਆਮ ਲੋਕਾਂ ਦੀ ਬੋਲਚਾਲ ਦੀ ਬੋਲੀ ਜਾਂ ਆਮ ਭਾਸ਼ਾ ਨੂੰ ਕੁਦਰਤੀ ਜਾਂ ਪ੍ਰਕਿਰਤਿਕ ਬੋਲੀ ਦੇ ਨਾਲ ਜੋੜਦੇ ਹੋਏ ਮੁੱਢਲੀ ਭਾਸ਼ਾ ਨੂੰ ਅਸੀਂ ਪਹਿਲੀ ਪ੍ਰਾਕ੍ਰਿਤ ਕਹਿ ਸਕਦੇ ਹਾਂ। ਵੇਦਾਂ ਦੀ ਰਚਨਾ ਲਈ ਸੁਧਾਰ ਕੇ ਜਾਂ ਨੇਮਬੱਧ ਕਰਕੇ ਜਾਂ ਕਹਿ ਲਵੋ ਘੇਰਾਬੱਧ ਕਰਕੇ ਸੰਸਕ੍ਰਿਤ ਦਾ ਰੂਪ ਦਿੱਤਾ ਗਿਆ, ਜਿਸ ਵਿੱਚ ਵੇਦਾਂ ਦੀ ਸਿਰਜਣਾ ਕੀਤੀ ਗਈ। ਸਮਾਂ ਪਾ ਕੇ ਇਹ ਸੰਸਕ੍ਰਿਤ ਆਮ ਲੋਕਾਂ ਤੋਂ ਦੂਰ ਹੋ ਗਈ, ਕਿਉਂਕਿ ਸੰਸਕ੍ਰਿਤ ਸੀ ਜਿਹੜੀ ਇਹ ਕੁਝ ਨੇਮਾਂ ਵਿੱਚ ਬੱਝ ਗਈ ਤੇ ਇਹਦਾ ਘੇਰਾ ਸੀਮਿਤ ਹੋ ਗਿਆ
ਤੇ ਇਸ ਦੇ ਨਾਲ ਕੀ ਹੋਇਆ ਕਿ ਆਮ ਲੋਕਾਂ ਨੂੰ ਇਹ ਸਮਝ ਆਉਣੋਂ ਹਟ ਗਈ। ਇਸ ਕਰਕੇ ਆਮ ਲੋਕਾਂ ਦੀ ਜਿਹੜੀ ਪ੍ਰਾਕ੍ਰਿਤ ਸੀ ਸੰਸਕ੍ਰਿਤ ਤੋਂ ਬਹੁਤ ਦੂਰ ਹੋ ਗਈ ਤੇ ਆਮ ਲੋਕਾਂ ਨੂੰ ਸਧਾਰਨ ਰੂਪ ਦੇ ਵਿੱਚ ਸੰਸਕ੍ਰਿਤ ਸਮਝ ਆਉਣੋਂ ਹਟ ਗਈ ਤੇ ਪ੍ਰਾਕ੍ਰਿਤ ਉਵੇਂ ਦੀ ਉਵੇਂ ਪ੍ਰਚਲਿਤ ਰਹੀ। ਇਸੇ ਤਰੀਕੇ ਨਾਲ ਉਸ ਤੋਂ ਬਾਅਦ ਬੋਧੀਆਂ ਤੇ ਜੈਨੀਆਂ ਨੇ ਵੀ ਇਸੇ ਪ੍ਰਾਕ੍ਰਿਤ ਦੇ ਵਿੱਚੋਂ ਇੱਕ ਭਾਸ਼ਾ ਦਾ ਵਿਕਾਸ ਕੀਤਾ, ਜਿਸ ਵਿੱਚ ਉਹਨਾਂ ਨੇ ਆਪਣੇ ਧਾਰਮਿਕ ਗ੍ਰੰਥ ਲਿਖੇ। ਇਸ ਬੋਲੀ ਨੂੰ ਆਪਾਂ ਪਾਲੀ ਕਹਿ ਸਕਦੇ ਹਾਂ, ਜਾਂ ਕਹਿ ਲਓ ਕਿ ਸੁਭਾਵਿਕ ਰੂਪ ਵਿੱਚ ਹੀ ਉਸ ਦਾ ਨਾਮ ਪਾਲੀ ਪੈ ਗਿਆ। ਇਸ ਭਾਸ਼ਾ ਨੂੰ ਪਾਲੀ ਕਿਉਂ ਕਿਹਾ ਗਿਆ, ਇਸ ਬਾਰੇ ਵੀ ਕਈ ਗੱਲਾਂ ਪ੍ਰਚਲਿਤ ਨੇ। ਇਸ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਬੁੱਧ ਧਰਮ ਅਤੇ ਜੈਨ ਧਰਮ ਦਾ ਪ੍ਰਭਾਵ ਕਬੂਲਿਆ, ਉਹ ਲੋਕ ਇੱਕ ਵਿਸ਼ੇਸ਼ ਜਾਤੀ ਨੂੰ ਸੰਬੰਧ ਰੱਖਦੇ ਸਨ, ਜਿਸ ਦਾ ਸੰਬੰਧ ਪਾਲੀ ਨਾਲ ਸੀ, ਤੇ ਜਾਂ ਫਿਰ ਪਾਲੀ ਦੇ ਇਲਾਕੇ ਦੇ ਲੋਕ ਵੀ ਹੋ ਸਕਦੇ ਹਨ, ਜਾਂ ਹੋਰ ਵੀ ਬਹੁਤ ਸਾਰੀਆਂ ਇਹਦੇ ਪ੍ਰਤੀ ਥਿਊਰੀਆਂ ਚੱਲਦੀਆਂ ਨੇ। ਕੁੱਲ ਮਿਲਾ ਕੇ ਪਾਲੀ ਉਸ ਭਾਸ਼ਾ ਨੂੰ ਕਿਹਾ ਗਿਆ ਜਿਹੜੀ ਭਾਸ਼ਾ ਪ੍ਰਾਕ੍ਰਿਤ ਦੇ ਵਿੱਚੋਂ ਵਿਕਸਿਤ ਹੋਈ, ਤੇ ਇਹ ਭਾਸ਼ਾ ਵਿਕਸਿਤ ਕੀਤੀ ਗਈ ਬੋਧੀਆਂ ਦੁਆਰਾ ਅਤੇ ਜੈਨੀਆਂ ਦੁਆਰਾ। ਪਰ ਕਿਉਂਕਿ ਇਹ ਭਾਸ਼ਾ ਵੀ ਸੀਮਾਬੱਧ ਕੀਤੀ ਗਈ, ਘੇਰਾਬੱਧ ਕੀਤੀ ਗਈ, ਸੁਧਾਰੀ ਗਈ, ਜਾਂ ਕਹਿ ਲਓ ਨੇਮਬੱਧ ਕੀਤੀ ਗਈ, ਇਹ ਵੀ ਆਮ ਲੋਕਾਂ ਦੀ ਬੋਲੀ ਤੋਂ ਬਹੁਤ ਦੂਰ ਹੋ ਗਈ। ਸੋ ਪ੍ਰਾਕ੍ਰਿਤਾਂ ਤੇ ਪਾਲੀ ਇਹਨਾਂ ਦੇ ਵਿੱਚ ਵੀ ਬਹੁਤ ਫਰਕ ਪੈ ਗਿਆ। ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਪ੍ਰਾਕ੍ਰਿਤੀ ਹੀ ਰਹੀ। ਪਾਲੀ ਕਿਉਂਕਿ ਆਮ ਲੋਕਾਂ ਤੋਂ ਦੂਰ ਹੋ ਗਈ, ਇਸ ਕਰਕੇ ਉਹ ਅੱਗੇ ਵਿਕਸਿਤ ਨਹੀਂ ਹੋ ਸਕੀ। ਇਸ ਨਾਲ ਸਥਾਨਕ ਪ੍ਰਾਕ੍ਰਿਤਾਂ ਨੇ ਫਿਰ ਜ਼ੋਰ ਫੜ ਲਿਆ। ਇਹਨਾਂ ਪ੍ਰਾਕ੍ਰਿਤਾਂ ਵਿੱਚੋਂ ਫਿਰ ਸਾਹਿਤਕ ਪ੍ਰਾਕ੍ਰਿਤਾਂ ਨੇ ਜਨਮ ਲਿਆ। ਕੁਝ ਸਾਹਿਤਕਾਰ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗ੍ਰੰਥਾਂ ਦੀ ਰਚਨਾ ਕੀਤੀ ਜਾਂ ਧਾਰਮਿਕ ਸਾਹਿਤ ਦੀ ਰਚਨਾ ਕੀਤੀ, ਉਹਨਾਂ ਨੇ ਇਸ ਪ੍ਰਾਕ੍ਰਿਤ ਨੂੰ ਫਿਰ ਸੁਧਾਰ ਕੇ ਜਾਂ ਕਹਿ ਲਓ ਆਪਣੇ ਤਰੀਕੇ ਨਾਲ ਨੇਮਬੱਧ ਕਰਕੇ ਵਰਤਿਆ। ਪਰ ਇਹ ਜਿਹੜੀ ਸਾਹਿਤਕ ਪ੍ਰਾਕ੍ਰਿਤ ਸੀ, ਇਹ ਵੀ ਆਮ ਲੋਕਾਂ ਦੀ ਬੋਲੀ ਨਾਲੋਂ ਦੂਰ ਸੀ। ਪਰ ਇਹਨਾਂ ਨੇ ਇੱਥੇ ਇੱਕ ਥਾਂ ਤੇ ਇਹ ਗੱਲ ਵੀ ਕੀਤੀ ਵੀ ਜਿਹੜੇ ਲੋਕ ਇਹਨਾਂ ਸਾਹਿਤਕ ਪ੍ਰਾਕ੍ਰਿਤਾਂ ਦੇ ਮਾਲਕ ਬਣ ਬੈਠੇ ਸਨ, ਉਹਨਾਂ ਨੇ ਫਿਰ ਆਮ ਲੋਕਾਂ ਦੀ ਪ੍ਰਾਕ੍ਰਿਤ ਸੀ ਜਿਹੜੀ, ਉਸ ਨੂੰ ਅਪਭ੍ਰੰਸ਼ ਜਾਂ ਵਿਗੜੀ ਹੋਈ ਜਾਂ ਟੁੱਟੀ ਫੁੱਟੀ ਬੋਲੀ ਕਿਹਾ। ਸੋ ਭਾਵੇਂ ਉਹਨਾਂ ਨੇ ਆਪਣੇ ਵੱਲੋਂ ਆਮ ਲੋਕਾਂ ਦੀ ਪ੍ਰਾਕ੍ਰਿਤ ਨੂੰ ਅਪਭ੍ਰੰਸ਼ ਕਹਿ ਕੇ ਪ੍ਰਭਾਸ਼ਿਤ ਕੀਤਾ, ਪਰ ਬੁਨਿਆਦੀ ਰੂਪ ਵਿੱਚ ਜਿਹੜੀ ਇਹ ਆਮ ਲੋਕਾਂ ਦੀ ਭਾਸ਼ਾ ਜਾਂ ਪ੍ਰਾਕ੍ਰਿਤ ਜਾਂ ਅਪਭ੍ਰੰਸ਼ ਸੀਗੇ, ਇਹੀ ਲੋਕਾਂ ਦੇ ਵਿੱਚ ਪ੍ਰਚਲਿਤ ਰਹੀ। ਜਿਹੜੀ ਸਾਹਿਤਕ ਪ੍ਰਾਕ੍ਰਿਤ ਸੀ ਉਹ ਵੀ ਲੋਕਾਂ ਤੋਂ ਦੂਰ ਹੋ ਗਈ। ਸੋ ਇਸ ਤਰੀਕੇ ਨਾਲ ਅਗਲਿਆਂ ਸਮਿਆਂ ਵਿੱਚ ਆ ਕੇ ਇਹਨਾਂ ਅਪਭ੍ਰੰਸ਼ਾਂ ਦਾ ਆਮ ਲੋਕਾਂ ਵਿੱਚ ਆ ਕੇ ਫਿਰ ਵਹਾਅ ਪ੍ਰਾਕ੍ਰਿਤਾਂ ਵਾਲਾ ਹੀ ਹੋ ਗਿਆ ਅਤੇ ਸਾਹਿਤਕ ਪ੍ਰਾਕ੍ਰਿਤ ਆਮ ਲੋਕਾਂ ਤੋਂ ਦੂਰ ਹੋ ਗਈ। ਵਿਦਵਾਨਾਂ ਅਨੁਸਾਰ ਪੰਜ ਨਦ ਦੇ ਖੇਤਰ ਵਿੱਚ ਪ੍ਰਾਕ੍ਰਿਤਾਂ ਵਿੱਚੋਂ ਅਹਿਮ ਪ੍ਰਾਕ੍ਰਿਤਾਂ ਸਨ ਸ਼ੌਰਸੈਨੀ, ਪੈਸਾਚੀ, ਮਾਗਧੀ, ਅਰਧਮਾਗਧੀ ਅਤੇ ਮਹਾਰਾਸ਼ਟਰੀ। ਇਹ ਪ੍ਰਾਕ੍ਰਿਤਾਂ ਕਹਿ ਲਓ ਜਾਂ ਅਪਭ੍ਰੰਸ਼ ਕਹਿ ਲਓ ਸਨ, ਜਿਹੜੇ ਕਿ ਪੰਜ ਨਦ ਦੀ ਧਰਤੀ ਤੇ ਵਿਕਸਿਤ ਹੋਏ, ਜਿਨ੍ਹਾਂ ਵਿੱਚੋਂ ਅੱਜ ਦੀਆਂ ਸਥਾਨਕ ਹਿੰਦੁਸਤਾਨੀ ਬੋਲੀਆਂ ਨੇ ਜਨਮ ਲਿਆ, ਜਿਵੇਂ ਪੰਜਾਬੀ, ਬੰਗਾਲੀ, ਰਾਜਸਥਾਨੀ, ਮਰਾਠੀ, ਗੁਜਰਾਤੀ ਆਦਿ। ਇਸ ਤਰ੍ਹਾਂ ਇਹ ਸਾਰੀ ਚਰਚਾ ਤੋਂ ਪਤਾ ਚੱਲਦਾ ਹੈ ਕਿ ਇੱਕ ਪਾਸੇ ਲੋਕ ਬੋਲੀ ਅਤੇ ਦੂਜੇ ਪਾਸੇ ਟਕਸਾਲੀ ਬੋਲੀ ਜਾਂ ਕਹਿ ਲਓ ਸਰਕਾਰੀ ਜਾਂ ਆਲੋਚਨਾ ਦੀ ਬੋਲੀ ਜਾਂ ਸੰਸਥਾਈ ਬੋਲੀ, ਵਪਾਰਕ ਬੋਲੀ, ਧਾਰਮਿਕ ਬੋਲੀ ਜਾਂ ਵਿਦਵਾਨਾਂ ਦੀ ਬੋਲੀ ਖੜੀ ਪ੍ਰਤੀਤ ਹੁੰਦੀ ਹੈ। ਲੋਕ ਬੋਲੀ ਪਾਣੀ ਦੇ ਵਹਿਣ ਵਾਂਗ ਵਹਿੰਦੀ ਰਹਿੰਦੀ ਹੈ ਤੇ ਇਹਨਾਂ ਵਿੱਚੋਂ ਵਿਕਸਿਤ ਹੋਈਆਂ ਇਹ ਸਜੀਆਂ ਸਵਾਰੀਆਂ ਬੋਲੀਆਂ ਸਮਾਂ ਵਿਹਾ ਕੇ ਦੂਰ ਹੋ ਜਾਂਦੀਆਂ ਹਨ ਤੇ ਆਮ ਲੋਕਾਂ ਨਾਲੋਂ ਬਹੁਤ ਵਿੱਥ ਤੇ ਜਾ ਕੇ ਖੜਦੀਆਂ ਹਨ। ਵਿਦਵਾਨ ਲੋਕ ਆਪਣੀ ਬੋਲੀ ਵਿੱਚ ਬਾਹਰਲੇ ਅੰਸ਼ਾਂ ਨੂੰ ਮਿਲਾ ਲੈਂਦੇ ਹਨ ਕਿਉਂਕਿ ਉਹਨਾਂ ਨੇ ਬਾਹਰਲੇ ਗਿਆਨ ਸਾਧਨਾਂ ਦੀ ਵਰਤੋਂ ਕਰਨੀ ਹੁੰਦੀ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਬੋਲੀਆਂ ਇਸ ਪ੍ਰਾਕ੍ਰਿਤ ਵਿੱਚੋਂ ਜਾਂ ਇਹਨਾਂ ਅਪਭ੍ਰੰਸ਼ਾਂ ਵਿੱਚੋਂ ਵਿਕਸਿਤ ਹੁੰਦੀਆਂ ਰਹੀਆਂ। ਪਰ ਅਪਭ੍ਰੰਸ਼ ਭਾਰਤੀ ਆਰੀਆ ਭਾਸ਼ਾ ਰੂਪੀ ਬੂਟੇ ਦਾ ਉਹ ਫੁੱਲ ਹੈ ਜਿਸ ਨੂੰ ਆਧੁਨਿਕ ਭਾਸ਼ਾਵਾਂ ਰੂਪੀ ਫਲ ਲੱਗਿਆ। ਹੁਣ ਇਹ ਤਾਂ ਠੀਕ ਹੈ ਕਿ ਪੰਜਾਬੀ ਭਾਸ਼ਾ ਦੀ ਮਾਂ ਅਪਭ੍ਰੰਸ਼ ਹੀ ਹਨ, ਪਰ ਇਹਨਾਂ ਸਰਵ ਪ੍ਰਮਾਣਿਤ ਪੰਜ ਅਪਭ੍ਰੰਸ਼ਾਂ ਵਿੱਚੋਂ ਕਿਹੜਾ ਅਪਭ੍ਰੰਸ਼ ਅੱਗੇ ਜਾ ਕੇ ਪੰਜਾਬੀ ਵਿੱਚ ਵਿਕਸਿਤ ਹੁੰਦਾ ਹੈ, ਇਸ ਬਾਰੇ ਵਿਦਵਾਨ ਇੱਕਮਤ ਨਹੀਂ ਹਨ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਸ਼ੌਰਸੈਨੀ ਅਪਭ੍ਰੰਸ਼ ਵਿੱਚੋਂ ਵਿਕਸਿਤ ਹੋਈ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਪੈਸਾਚੀ ਵਿੱਚੋਂ ਵਿਕਸਿਤ ਹੋਈ ਹੈ। ਪਰ ਇਸ ਦੇ ਨਾਲ ਹੀ ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਪੰਜਾਬੀ ਦਰਾਵੜ ਭਾਸ਼ਾ ਪਰਿਵਾਰਾਂ ਵਿੱਚੋਂ ਆਈ ਹੋਈ ਹੈ, ਕਿਉਂਕਿ ਦਰਾਵੜ ਭਾਸ਼ਾ ਪਰਿਵਾਰਾਂ ਦੇ ਬਹੁਤ ਸਾਰੇ ਚਿੰਨ੍ਹ ਅਤੇ ਬਹੁਤ ਸਾਰੀਆਂ ਧੁਨੀਆਂ ਪੰਜਾਬੀ ਭਾਸ਼ਾ ਦੇ ਨਾਲ ਮਿਲਦੀਆਂ ਜੁਲਦੀਆਂ ਹਨ। ਸੋ ਇਸ ਤਰੀਕੇ ਨਾਲ ਵਿਦਵਾਨ ਇਸ ਖੋਜ ਦਾ ਨਤੀਜਾ ਇਹ ਕੱਢਦੇ ਹਨ ਕਿ ਪੰਜਾਬੀ ਭਾਸ਼ਾ ਦਰਾਵੜ ਭਾਸ਼ਾਵਾਂ ਦੇ ਵਿੱਚੋਂ ਵਿਕਸਿਤ ਹੋਈ ਹੈ। ਵੈਸੇ ਵੀ ਅਸੀਂ ਜਦੋਂ ਸਾਡੇ ਇਤਿਹਾਸ ਤੇ ਭਾਰਤ ਦੇ ਇਤਿਹਾਸ ਤੇ ਝਾਤ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉੱਤਰੀ ਭਾਰਤ ਵਿੱਚ ਦਰਾਵੜਾਂ ਦਾ ਵਾਸਾ ਸੀ ਤੇ ਆਰੀਆ ਜਦੋਂ ਇੱਥੇ ਆਏ ਤਾਂ ਉਹਨਾਂ ਦੇ ਡਰੋਂ ਕਹਿ ਲਓ ਜਾਂ ਕਿਸੇ ਵੀ ਹੋਰ ਵਜ੍ਹਾ ਕਰਕੇ
ਦਰਾਵੜ ਲੋਕ ਇੱਥੋਂ ਸਾਊਥ ਵਾਲੇ ਪਾਸੇ ਚਲੇ ਗਏ ਤੇ ਪਰ ਉਹਨਾਂ ਦੀਆਂ ਭਾਸ਼ਾਵਾਂ ਦੇ ਜਿਹੜੇ ਅਵਸ਼ੇਸ਼ ਸੀਗੇ ਉਹ ਇੱਥੇ ਜ਼ਰੂਰ ਰਹਿ ਗਏ। ਇੱਥੋਂ ਦੀਆਂ ਭਾਸ਼ਾਵਾਂ ਦੇ ਵਿੱਚ ਜਾਂ ਇੱਥੇ ਵਸਣ ਵਾਲੇ ਆਰੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਦਰਾਵੜ ਭਾਸ਼ਾਵਾਂ ਦੇ ਕੁਝ ਅਵਸ਼ੇਸ਼ ਜ਼ਰੂਰ ਰਹਿ ਗਏ ਹੋਣਗੇ। ਇਸ ਕਰਕੇ ਕੁਝ ਵਿਦਵਾਨ ਮੰਨਦੇ ਹਨ ਕਿ ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਧੁਨੀਆਂ ਅਤੇ ਚਿੰਨ੍ਹ ਦਰਾਵੜ ਭਾਸ਼ਾ ਦੇ ਨਾਲ ਮਿਲਦੇ ਹਨ। ਇਸ ਕਰਕੇ ਪੰਜਾਬੀ ਦਰਾਵੜ ਭਾਸ਼ਾ ਪਰਿਵਾਰ ਵਿੱਚੋਂ ਵਿਕਸਿਤ ਹੋਈ ਲੱਗਦੀ ਹੈ। ਤੇ ਇਸ ਤੋਂ ਇਲਾਵਾ ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਪੰਜਾਬੀ ਦਾ ਜਨਮ ਸਰੋਤ ਕੋਈ ਅਣਗੌਲਿਆ ਲਘੂ ਅਪਭ੍ਰੰਸ਼ ਹੈ। ਜਿਵੇਂ ਆਪਾਂ ਪਹਿਲਾਂ 5 ਅਪਭ੍ਰੰਸ਼ਾਂ ਦੀ ਗੱਲ ਕਰ ਚੁੱਕੇ ਹਾਂ, ਉਸ ਤੋਂ ਇਲਾਵਾ ਕੁਝ ਲਘੂ ਅਪਭ੍ਰੰਸ਼ ਵੀ ਉੱਤਰੀ ਭਾਰਤ ਦੇ ਵਿੱਚ ਪ੍ਰਚਲਿਤ ਸਨ। ਉਹਨਾਂ ਬਾਰੇ ਵੀ ਆਪਾਂ ਅੱਗੇ ਚਰਚਾ ਕਰਾਂਗੇ। ਇਸ ਬਾਰੇ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਨੇ ਗੱਲ ਕੀਤੀ ਹੈ। ਉਸ ਦਾ ਮੰਨਣਾ ਹੈ ਕਿ ਕੁਝ ਅਪਭ੍ਰੰਸ਼ ਸਨ, ਜਿਵੇਂ ਕੈਕਈ, ਟੱਕ ਜਾਂ ਟੱਕੀ, ਮਦਰ, ਬਾਲੀਕੀ, ਉਪਨਾਗਰ ਆਦਿ, ਤੇ ਇਹਨਾਂ ਦੇ ਵਿੱਚੋਂ ਹੀ ਪੰਜਾਬੀ ਨੇ ਵਿਕਾਸ ਕੀਤਾ, ਕਿਉਂਕਿ ਇਹਨਾਂ ਅਪਭ੍ਰੰਸ਼ਾਂ ਦੇ ਬਹੁਤ ਸਾਰੇ ਚਿੰਨ੍ਹ ਅਤੇ ਬਹੁਤ ਸਾਰੀਆਂ ਧੁਨੀਆਂ ਪੰਜਾਬੀ ਦੇ ਨਾਲ ਮਿਲਦੀਆਂ ਜੁਲਦੀਆਂ ਹਨ। ਤੇ ਧੁਨੀਆਂ ਅਤੇ ਚਿੰਨ੍ਹਾਂ ਤੋਂ ਇਲਾਵਾ ਅੱਖਰ, ਵਾਕ ਵਿਉਂਤ, ਸ਼ਬਦ ਆਦਿ ਵੀ ਇਹਨਾਂ ਦੇ ਨਾਲ ਮਿਲਦੇ ਜੁਲਦੇ ਹਨ। ਹੁਣ ਇਹ ਕੈਕਈ, ਟੱਕ ਜਾਂ ਟੱਕੀ, ਮਦਰ, ਬਾਲੀਕੀ ਜਾਂ ਉਪਨਾਗਰ ਜਿਹੜੇ ਅਪਭ੍ਰੰਸ਼ ਜਾਂ ਲਘੂ ਅਪਭ੍ਰੰਸ਼ ਹਨ, ਇਹ ਕਿਵੇਂ ਵਿਕਸਿਤ ਹੁੰਦੇ ਹਨ, ਇਹਦੇ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਚਾਨਣਾ ਪਾਵਾਂਗੇ। ਇਸ ਵਾਸਤੇ ਸਾਨੂੰ ਇਹ ਦੇਖਣਾ ਪਏਗਾ ਕਿ ਸਾਡੇ ਪੰਜਾਬ ਦੇ ਪੁਰਾਣੇ ਨਾਮ ਕਿਹੜੇ ਹਨ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਭ ਤੋਂ ਪੁਰਾਣਾ ਪੰਜਾਬ ਦਾ ਨਾਮ ਹੈਗਾ ਸਪਤ ਸਿੰਧੂ। ਇੱਥੇ ਸਪਤ ਦਾ ਮਤਲਬ ਹੈਗਾ 7 ਤੇ ਸਿੰਧੂ ਦਾ ਮਤਲਬ ਹੈਗਾ ਦਰਿਆ। ਪ੍ਰਾਚੀਨ ਕਾਲ ਦੇ ਵਿੱਚ ਪੰਜਾਬ ਦਾ ਜਿਹੜਾ ਇਲਾਕਾ ਸੀ ਬਹੁਤ ਵੱਡਾ ਸੀ। ਇਹਦੇ ਵਿੱਚ ਜੇਹਲਮ, ਝਨਾਹ, ਰਾਵੀ, ਸਤਲੁਜ ਅਤੇ ਬਿਆਸ ਤੋਂ ਇਲਾਵਾ ਸਿੰਧ ਦਰਿਆ ਅਤੇ ਸਰਸਵਤੀ ਦਰਿਆ ਵੀ ਗਿਣੇ ਜਾਂਦੇ ਸਨ। ਸੋ ਇਹਨਾਂ 7 ਦਰਿਆਵਾਂ ਦੀ ਜਿਹੜੀ ਧਰਤੀ ਸੀ ਉਹਨੂੰ ਸਪਤ ਸਿੰਧੂ ਕਿਹਾ ਗਿਆ। ਉਸ ਤੋਂ ਬਾਅਦ ਇਸ ਦਾ ਇੱਕ ਨਾਮ ਵਹੀਕ ਦੇਸ਼ ਵੀ ਪ੍ਰਚਲਿਤ ਸੀ। ਇਹ ਵਹੀਕ ਦੇਸ਼ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਬਾਹਰਲੇ ਜਾਂ ਬੇਗਾਨੇ ਲੋਕ ਆ ਕੇ ਵਸੇ ਸਨ। ਤਾਂ ਵਹੀਕ ਦਾ ਮਤਲਬ ਵੀ ਬਾਹਰਲਾ ਜਾਂ ਬੇਗਾਨਾ ਹੈ, ਇਸ ਕਰਕੇ ਇਹਨੂੰ ਵਹੀਕ ਦੇਸ਼ ਕਿਹਾ ਗਿਆ। ਟੱਕ ਦੇਸ਼ ਇਸ ਨੂੰ ਇਸ ਕਰਕੇ ਗਿਆ ਕਿਉਂਕਿ ਟੱਕ ਲੋਕ ਇੱਥੇ ਰਹਿੰਦੇ ਸਨ। ਇਸੇ ਤਰੀਕੇ ਨਾਲ ਮਦਰ ਲੋਕ ਵੀ ਇੱਥੇ ਰਹਿੰਦੇ ਸਨ, ਮਦਰ ਜਾਤੀ ਦੇ ਲੋਕ, ਇਸ ਕਰਕੇ ਇਹਨੂੰ ਮਦਰ ਦੇਸ਼ ਵੀ ਕਿਹਾ ਗਿਆ। ਤੇ ਉਸ ਤੋਂ ਬਾਅਦ ਜਿਹੜੇ ਆਪਾਂ 2 ਦਰਿਆਵਾਂ ਦੀ ਗੱਲ ਕੀਤੀ ਹੈ, 5 ਦਰਿਆਵਾਂ ਤੋਂ ਇਲਾਵਾ ਸਿੰਧ ਅਤੇ ਸਰਸਵਤੀ, ਉਹ ਜੀਓਗ੍ਰਾਫੀ ਦੇ ਵਿੱਚੋਂ ਦੂਰ ਹੋ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਛੋਟਾ ਹੋ ਗਿਆ ਸੀ ਤੇ ਸਿੰਧ ਦਰਿਆ ਵੀ ਨਿਕਲ ਗਿਆ ਇਹਦੇ ਵਿੱਚੋਂ ਤੇ ਸਰਸਵਤੀ ਵੀ ਨਿਕਲ ਗਿਆ। ਇਸ ਕਰਕੇ ਇੱਥੇ ਦਰਿਆ ਸਿਰਫ 5 ਹੀ ਰਹਿ ਗਏ ਸਨ ਤੇ ਇਸ ਕਰਕੇ ਇਹਦਾ ਨਾਂ ਪੰਚ ਨਦ ਵੀ ਪਿਆ। ਇੱਥੇ ਪੰਚ ਦਾ ਅਰਥ 5 ਅਤੇ ਨਦ ਦਾ ਮਤਲਬ ਨਦੀਆਂ ਹੈ। ਬਾਅਦ ਵਿੱਚ ਆ ਕੇ ਉੱਤਰ ਵਿੱਚ ਵਸਣ ਵਾਲੇ ਆਰੀਆ, ਟੱਕ, ਮਦਰ ਆਦਿ ਜਾਤੀਆਂ ਦੇ ਸਨ, ਜਿਸ ਕਰਕੇ ਇਹ ਨਾਮ ਪਏ। ਅੰਤਿਮ ਰੂਪ ਵਿੱਚ ਪੰਚ ਨਦ ਪਿਆ। ਇੱਕ ਗੱਲ ਇੱਥੇ ਮੈਂ ਹੋਰ ਵੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਫਾਰਸੀ ਪ੍ਰਭਾਵਾਂ ਨਾਲ ਪੰਜਾਬ ਪ੍ਰਚਲਿਤ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਮੁਗਲ ਕਾਲ ਵਿੱਚ ਪੰਜਾਬ ਪ੍ਰਚਲਿਤ ਹੋਇਆ। ਇਸ ਤਰ੍ਹਾਂ ਇਹਨਾਂ ਇਲਾਕਿਆਂ ਦੀ ਬੋਲੀ ਦਾ ਨਾਮ ਵੀ ਇਲਾਕੇ ਦੇ ਨਾਮ ਨਾਲ ਹੀ ਬਦਲਦਾ ਰਿਹਾ, ਜਿਵੇਂ ਸਪਤ ਸਿੰਧ ਵੀ, ਵਹੀਕੀ, ਟੱਕੀ, ਮਦਰ ਭਾਸ਼ਾ, ਬਾਲੀਕੀ ਅਤੇ ਉਪਨਾਗਰ ਆਦਿ। ਸੋ ਇਸ ਤਰੀਕੇ ਨਾਲ ਜਿਵੇਂ ਜਿਵੇਂ ਪੰਜਾਬ ਦੇ ਨਾਮ ਬਦਲਦੇ ਸਨ ਉਵੇਂ ਉਵੇਂ ਪੰਜਾਬ ਦੇ ਵਿੱਚ ਲੋਕਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਨਾਮ ਵੀ ਬਦਲ ਜਾਂਦੇ ਸਨ। ਸੋ ਉਹਨਾਂ ਨਾਵਾਂ ਦੇ ਵਿੱਚੋਂ ਹੀ ਉਹ ਲਘੂ ਅਪਭ੍ਰੰਸ਼ ਵਿਕਸਿਤ ਹੋਏ, ਜਿਨ੍ਹਾਂ ਬਾਰੇ ਆਪਾਂ ਹੁਣੇ ਚਰਚਾ ਕਰ ਚੁੱਕੇ ਹਾਂ, ਕੈਕਈ, ਟੱਕ ਜਾਂ ਟੱਕੀ, ਮਦਰ, ਬਾਲੀਕੀ, ਉਪਨਾਗਰ। ਸੋ ਇਸ ਤਰੀਕੇ ਨਾਲ ਇਹਨਾਂ ਅਪਭ੍ਰੰਸ਼ਾਂ ਦੇ ਵਿੱਚੋਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਵਿਕਸਿਤ ਹੁੰਦੀ ਹੈ। ਹੁਣ ਜਦੋਂ ਪੰਜਾਬੀ ਭਾਸ਼ਾ ਵਿਕਸਿਤ ਤਾਂ ਹੋ ਗਈ, ਉਸ ਤੋਂ ਇਲਾਵਾ ਉਸ ਕਾਲ ਤੋਂ ਬਾਅਦ ਅਜੋਕੇ ਦੌਰ ਤੱਕ ਜਿਹੜੀ ਪੰਜਾਬੀ ਹੈਗੀ ਹੈ ਇਹ ਕਿਵੇਂ ਵਿਕਾਸ ਕਰਦੀ ਹੈ, ਇਸ ਵਿਕਾਸ ਉੱਪਰ ਵੀ ਆਪਾਂ ਚਾਨਣਾ ਪਾਵਾਂਗੇ। ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਿਸੇ ਵੀ ਭਾਸ਼ਾ ਦਾ ਜਨਮ ਨਹੀਂ ਹੁੰਦਾ, ਸਗੋਂ ਇਸ ਦਾ ਕਿਸੇ ਹੋਰ ਭਾਸ਼ਾਈ ਬਣਤਰ ਵਿੱਚੋਂ ਵਿਕਾਸ ਹੁੰਦਾ ਹੈ। ਇਸੇ ਤਰ੍ਹਾਂ ਪੰਜਾਬੀ ਦਾ ਵੀ ਕਈ ਭਾਸ਼ਾਵਾਂ ਜਾਂ ਭਾਸ਼ਾਵਾਂ ਦੇ ਪੜਾਵਾਂ ਵਿੱਚੋਂ ਵਿਕਾਸ ਹੋਇਆ ਤੇ ਅਜੋਕੇ ਪੰਜਾਬੀ ਰੂਪ ਤੱਕ ਇਹ ਪਹੁੰਚੀ। ਇਹ ਵਿਕਾਸ ਹਜ਼ਾਰਾਂ ਸਾਲਾਂ ਵਿੱਚ ਹੋਇਆ ਹੈ। ਇਵੇਂ ਹੀ ਪੰਜਾਬੀ ਆਪਣੇ ਅਸਲੀ ਰੂਪ ਵਿੱਚ ਆਉਣ ਤੋਂ ਬਾਅਦ ਵੀ ਵਿਕਸਿਤ ਹੁੰਦੀ ਰਹੀ। ਅਪਭ੍ਰੰਸ਼ਾਂ ਵਿੱਚੋਂ ਪੰਜਾਬੀ ਦਾ ਵਿਕਾਸ ਤਾਂ ਹੋ ਗਿਆ, ਪਰ ਇੱਥੇ ਆ ਕੇ ਵੀ ਇਹ ਆਪਣੇ ਵਿਕਾਸ ਦੇ ਮੁੱਢਲੇ ਪੜਾਅ ਵਿੱਚ ਹੀ ਖੜੀ ਸੀ, ਕਿਉਂਕਿ ਇੱਕ ਸੁਤੰਤਰ ਭਾਸ਼ਾ ਦੇ ਰੂਪ ਵਿੱਚ ਇਸ ਨੇ ਅਜੇ ਵਿਕਸਿਤ ਹੋਣਾ ਸੀ। ਸੋ ਪੰਜਾਬੀ ਦੇ ਵਿਕਾਸ ਨੂੰ ਅਸੀਂ ਕੁਝ ਪੜਾਵਾਂ ਵਿੱਚ ਵੰਡ ਕੇ ਦੇਖਾਂਗੇ। ਪਹਿਲੇ ਵਿਕਾਸ ਪੜਾਅ ਵਿੱਚ ਇਸ ਉੱਪਰ ਇਸ ਦੇ ਇਤਿਹਾਸ ਦਾ ਪੂਰਾ ਪ੍ਰਭਾਵ ਪਿਆ ਸੀ, ਭਾਵ ਪ੍ਰਾਕ੍ਰਿਤਾਂ, ਅਪਭ੍ਰੰਸ਼ਾਂ ਅਤੇ ਮੁੱਢਲੀ ਪ੍ਰਾਕ੍ਰਿਤ ਦਾ ਪ੍ਰਭਾਵ ਇਸ ਉੱਪਰ ਮਿਲਦਾ ਹੈ, ਜਿਸ ਦਾ ਪ੍ਰਭਾਵ ਨਾਥ ਜੋਗੀਆਂ ਦੇ ਸਾਹਿਤ ਵਿੱਚੋਂ ਸੌਖੇ ਤਰੀਕੇ ਨਾਲ ਹੀ ਵੇਖਿਆ ਜਾ ਸਕਦਾ ਹੈ। ਨਾਥ ਜੋਗੀ ਸਾਰੇ ਭਾਰਤ ਵਿੱਚ ਭ੍ਰਮਣ ਕਰਦੇ ਰਹਿੰਦੇ ਸਨ,
ਜਿਸ ਕਰਕੇ ਉਹਨਾਂ ਦੀ ਭਾਸ਼ਾ ਇੱਕ ਤਰ੍ਹਾਂ ਦਾ ਮਿਲਗੋਬਾ ਜਿਹਾ ਬਣ ਗਈ ਸੀ, ਜਿਸ ਦਾ ਪ੍ਰਭਾਵ ਉਦੋਂ ਦੀ ਪੰਜਾਬੀ ਉੱਤੇ ਪਿਆ ਹੈ। ਤੇ ਕੁਝ ਹੋਰ ਪੁਰਾਤਨ ਅਪਭ੍ਰੰਸ਼ਾਂ ਵਿੱਚ ਰਚੀਆਂ ਰਚਨਾਵਾਂ ਦਾ ਵੀ ਪੰਜਾਬੀ ਉੱਪਰ ਪ੍ਰਭਾਵ ਪਿਆ ਹੈ। ਥੋੜ੍ਹੇ ਬਹੁਤੇ ਰੂਪ ਵਿੱਚ ਲਹਿੰਦੀ ਪੰਜਾਬੀ ਜਾਂ ਮੁਲਤਾਨੀ ਦਾ ਪ੍ਰਭਾਵ ਵੀ ਪਹਿਲੇ ਪੜਾਅ 'ਤੇ ਬਾਬਾ ਫਰੀਦ ਦੀ ਬਾਣੀ ਵਿੱਚੋਂ ਵੇਖਿਆ ਜਾ ਸਕਦਾ ਹੈ। ਜਿਹੜੀ ਮੁੱਢਲੀ ਪੰਜਾਬੀ ਸੀ ਉਹਦੇ ਉੱਤੇ ਜਿਹੜੇ ਪ੍ਰਭਾਵ ਪਏ, ਭਾਵੇਂ ਤਾਂ ਅਪਭ੍ਰੰਸ਼ਾਂ ਦੇ ਪਏ ਜਾਂ ਹੋਰ ਜਿਹੜੀਆਂ ਲਘੂ ਪ੍ਰਾਕ੍ਰਿਤਾਂ ਜਾਂ ਵੱਡੀਆਂ ਪ੍ਰਾਕ੍ਰਿਤਾਂ ਸੀ ਉਹਨਾਂ ਦੇ ਪਏ, ਜਾਂ ਮੁਲਤਾਨੀ ਜਾਂ ਲਹਿੰਦੀ ਇਹਨਾਂ ਭਾਸ਼ਾਵਾਂ ਦੇ ਪ੍ਰਭਾਵ ਪਏ, ਇਹ ਸਾਰੇ ਦੇ ਸਾਰੇ ਪ੍ਰਭਾਵ ਅਸੀਂ ਪੰਜਾਬੀ ਦੇ ਮੁੱਢਲੇ ਸਾਹਿਤ ਵਿੱਚੋਂ ਵੇਖ ਸਕਦੇ ਹਾਂ, ਜਿਹੜਾ ਕਿ ਨਾਥ ਜੋਗੀਆਂ ਦਾ ਸਾਹਿਤ ਹੈ ਅਤੇ ਬਾਬਾ ਫਰੀਦ ਦਾ ਸਾਹਿਤ ਹੈ। ਦੂਜੇ ਵਿਕਾਸ ਪੜਾਅ ਦੀ ਪੰਜਾਬੀ ਭਾਸ਼ਾ ਦਾ ਮੁੱਖ ਉਦਾਹਰਨ ਮੱਧਕਾਲੀ ਸਾਹਿਤ ਧਾਰਾਵਾਂ ਜਿਵੇਂ ਕਿ ਗੁਰਮਤਿ ਕਾਵਿ, ਬੀਰ ਕਾਵਿ, ਕਿੱਸਾ ਕਾਵਿ, ਸੂਫੀ ਕਾਵਿ, ਵਾਰ ਸਾਹਿਤ, ਸਾਖੀ ਸਾਹਿਤ, ਲੋਕ ਸਾਹਿਤ ਆਦਿ ਨੂੰ ਮੰਨਿਆ ਜਾ ਸਕਦਾ ਹੈ। ਇਸ ਪੜਾਅ 'ਤੇ ਪੰਜਾਬੀ ਉੱਪਰ ਸਭ ਤੋਂ ਵੱਧ ਪ੍ਰਭਾਵ ਅਰਬੀ ਅਤੇ ਫਾਰਸੀ ਦਾ ਪਿਆ। ਇਸ ਤੋਂ ਇਲਾਵਾ ਲਹਿੰਦੀ, ਸਿੰਧੀ, ਸੰਸਕ੍ਰਿਤ, ਖੜੀ ਬੋਲੀ ਜਿਹਨੂੰ ਕਿ ਸਾਧੂ ਕੜੀ ਬੋਲੀ ਜਾਂ ਸਾਧੂ ਬੋਲੀ ਜਾਂ ਨਾਥ ਜੋਗੀਆਂ ਦੀ ਬੋਲੀ ਵੀ ਕਿਹਾ ਜਾਂਦਾ ਹੈ, ਤੇ ਅਪਭ੍ਰੰਸ਼ ਆਦਿ ਦਾ ਪ੍ਰਭਾਵ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਸੋ ਜਦੋਂ ਅਸੀਂ ਮੱਧਕਾਲੀ ਸਾਹਿਤ ਪੜ੍ਹਦੇ ਹਾਂ ਤਾਂ ਮੱਧਕਾਲੀ ਸਾਹਿਤ ਵਿੱਚ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਰਲਾ ਪੰਜਾਬੀ ਦੇ ਵਿੱਚ ਵੇਖਿਆ ਜਾ ਸਕਦਾ। ਬਹੁਤ ਸਾਰੇ ਅਜਿਹੇ ਚਿੰਨ੍ਹ ਹਨ ਜਾਂ ਬਹੁਤ ਸਾਰੀਆਂ ਅਜਿਹੀਆਂ ਧੁਨੀਆਂ ਹਨ ਜੋ ਇਹਨਾਂ ਭਾਸ਼ਾਵਾਂ ਦੇ ਵਿੱਚੋਂ ਪੰਜਾਬੀ ਦੇ ਵਿੱਚ ਆਈਆਂ। ਤੋਂ ਤੀਜੇ ਵਿਕਾਸ ਪੜਾਅ ਉੱਪਰ ਸਾਮੀ ਪ੍ਰਭਾਵ ਸਭ ਤੋਂ ਜ਼ਿਆਦਾ ਵੇਖੇ ਜਾ ਸਕਦੇ ਹਨ। ਸਾਮੀ ਜਾਂ ਇਰਾਨੀ ਭਾਸ਼ਾ ਬੋਲਣ ਵਾਲਿਆਂ ਨੇ ਪੰਜਾਬ ਜਾਂ ਭਾਰਤ ਤੇ ਹਮਲੇ ਕੀਤੇ ਤੇ ਇਹਨਾਂ ਹਮਲਿਆਂ ਦੇ ਨਾਲ ਪੰਜਾਬੀ ਵਿੱਚ ਇਹਨਾਂ ਦੀਆਂ ਭਾਸ਼ਾਵਾਂ ਦਾ ਰਲਾ ਵੀ ਹੋ ਗਿਆ। ਇਸ ਨਾਲ ਫਾਰਸੀ ਅਤੇ ਅਰਬੀ ਦਾ ਪ੍ਰਭਾਵ ਮੁੱਖ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ। ਇਸ ਸਮੇਂ ਵਿੱਚ ਹੀ ਪੰਜਾਬੀ ਦੀ ਪਹਿਲੀ ਲਿਪੀ ਅਰਬੀ ਫਾਰਸੀ ਦੇ ਪ੍ਰਭਾਵ ਨਾਲ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਪੈਰ ਵਿੱਚ ਬਿੰਦੀ ਵਾਲੇ ਚਿੰਨ੍ਹ ਜਿਵੇਂ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ ਦਾ ਰਲਾ ਗੁਰਮੁਖੀ ਵਿੱਚ ਹੋਇਆ। ਮਤਲਬ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਗੁਰਮੁਖੀ ਲਿਪੀ ਨੂੰ 35 ਵੀ ਕਿਹਾ ਜਾਂਦਾ ਹੈ ਜਾਂ 35 ਅੱਖਰੀ ਵੀ ਕਿਹਾ ਜਾਂਦਾ ਹੈ। ਇਹਦੇ ਕੁੱਲ ਰੂਪ ਵਿੱਚ 35 ਅੱਖਰ ਹਨ, ਪਰ ਇਹਨਾਂ ਅਰਬੀ ਫਾਰਸੀ ਦੇ ਪ੍ਰਭਾਵ ਨਾਲ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਜਿਹੜੇ ਚਿੰਨ੍ਹ ਸਾਡੇ ਪੰਜਾਬੀ ਵਿੱਚ ਨਵੇਂ ਜੁੜੇ, ਉਹਨਾਂ ਨਾਲ ਇਹਦੀ ਗਿਣਤੀ, ਇਹਨਾਂ 35 ਅੱਖਰਾਂ ਦੀ ਗਿਣਤੀ 41 ਹੋ ਗਈ ਸੀ। ਸੋ ਫਾਰਸੀ ਦਾ ਪ੍ਰਭਾਵ ਇੱਥੋਂ ਵੀ ਵੇਖਿਆ ਜਾ ਸਕਦਾ ਹੈ ਕਿ 19ਵੀਂ ਸਦੀ ਵਿੱਚ ਸਿੱਖ ਰਾਜ ਹੋਣ ਦੇ ਬਾਵਜੂਦ ਵੀ ਰਾਜ ਦੀ ਭਾਸ਼ਾ ਫਾਰਸੀ ਹੀ ਸੀ। ਸੋ ਫਾਰਸੀ ਨੇ ਪੰਜਾਬੀ ਉੱਪਰ ਬਹੁਤ ਪ੍ਰਭਾਵ ਪਾਇਆ। ਭਾਵੇਂ ਫਾਰਸੀ ਜਾਂ ਅਰਬੀ ਲਿਪੀਆਂ ਦੇ ਵਿੱਚ ਪੰਜਾਬੀ ਨੂੰ ਲਿਖਿਆ ਜਾਂਦਾ ਸੀ, ਪਰ ਪੰਜਾਬੀ ਬੋਲੀ ਜਾਂ ਪੰਜਾਬੀ ਦੀਆਂ ਧੁਨੀਆਂ, ਪੰਜਾਬੀ ਦੀ ਸ਼ਬਦ ਬਣਤਰ, ਪੰਜਾਬੀ ਦੀ ਵਾਕ ਬਣਤਰ ਪ੍ਰਾਚੀਨ ਕਾਲ ਤੋਂ ਚੱਲੀ ਜਾਣ ਵਾਲੀ ਹੀ ਸੀ। ਪਰ ਬਾਹਰਲੀਆਂ ਭਾਸ਼ਾਵਾਂ ਜਾਂ ਬਾਹਰਲੀਆਂ ਧੁਨੀਆਂ ਨੂੰ ਜਦੋਂ ਪੰਜਾਬੀ ਵਿੱਚ ਵਰਤਿਆ ਗਿਆ ਤਾਂ ਪੰਜਾਬੀ ਦੀਆਂ ਧੁਨੀਆਂ ਵਿੱਚ ਜਾਂ ਪੰਜਾਬੀ ਦੇ ਚਿੰਨ੍ਹਾਂ ਵਿੱਚ ਬਾਹਰਲੀਆਂ ਭਾਸ਼ਾਵਾਂ ਦਾ ਰਲਾ ਹੋਣਾ ਸੁਭਾਵਿਕ ਗੱਲ ਸੀ। ਚੌਥੇ ਵਿਕਾਸ ਪੜਾਅ ਵਿੱਚ ਪੰਜਾਬੀ ਵਿੱਚ ਅੰਗਰੇਜ਼ੀ ਦਾ ਬਹੁਤ ਪ੍ਰਭਾਵ ਪਿਆ। ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਅਤੇ ਬਹੁਤ ਸਾਰੀਆਂ ਧੁਨੀਆਂ ਪੰਜਾਬੀ ਵਿੱਚ ਅੱਜ ਐਵੇਂ ਰਲ ਚੁੱਕੀਆਂ ਹਨ ਜਿਵੇਂ ਕਿ ਇਹ ਇੱਕ ਸੁਭਾਵਿਕ ਵਰਤਾਰਾ ਹੀ ਹੋਵੇ। ਸੋ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ ਤਾਂ ਕਈ ਵਾਰ ਸੁਭਾਵਿਕ ਰੂਪ ਵਿੱਚ ਹੀ ਅੰਗਰੇਜ਼ੀ ਦੇ ਬਹੁਤ ਸਾਰੇ ਅਜਿਹੇ ਸ਼ਬਦ ਬੋਲਦੇ ਹਾਂ ਜਿਹੜੇ ਕਿ ਸਾਨੂੰ ਬਿਲਕੁਲ ਵੀ ਵੱਖਰੇ ਜਾਂ ਵੱਖਰੀ ਬਣਤਰ ਵਾਲੇ ਨਹੀਂ ਮਹਿਸੂਸ ਹੁੰਦੇ। ਸੋ ਪੰਜਾਬੀ ਦਾ ਵਿਕਾਸ ਅੱਜ ਵੀ ਜਾਰੀ ਹੈ। ਅਜੋਕੇ ਦੌਰ ਵਿੱਚ ਵੀ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਬੋਲੀ ਜਾ ਰਹੀ ਹੈ। ਇਸ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਪ੍ਰਭਾਵ ਹੈ ਜਿਹੜੇ ਉਹ ਪੰਜਾਬੀ ਭਾਸ਼ਾ ਉੱਤੇ ਪੈ ਰਹੇ ਹਨ। ਆਜ਼ਾਦੀ ਤੋਂ ਬਾਅਦ ਪੰਜਾਬੀਆਂ ਨੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਸਾਰੇ ਕਦਮ ਉਠਾਏ। ਇੱਥੇ ਪੰਜਾਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਸ਼ਾ ਵਿਭਾਗ ਪਟਿਆਲਾ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖ ਸਭਾ ਆਦਿ ਸੰਸਥਾਵਾਂ ਦਾ ਗਠਨ ਕਰਕੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅਜੋਕੇ ਯੁੱਗ ਵਿੱਚ ਵੀ ਪੰਜਾਬੀ ਦਾ ਵਿਕਾਸ ਵੱਡੇ ਪੱਧਰ ਤੇ ਹੋ ਰਿਹਾ ਹੈ। ਪੰਜਾਬੀ ਭਾਸ਼ਾ ਵਿਦੇਸ਼ਾਂ ਵਿੱਚ ਬੋਲੀ ਜਾ ਰਹੀ ਹੈ, ਦਿੱਲੀ ਵਿੱਚ ਬੋਲੀ ਜਾ ਰਹੀ ਹੈ, ਹਰਿਆਣੇ ਵਿੱਚ ਬੋਲੀ ਜਾ ਰਹੀ ਹੈ। ਰਾਜਸਥਾਨ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬੀ ਰਹਿੰਦੇ ਹਨ ਜਿਹੜੇ ਕਿ ਪੰਜਾਬੀ ਬੋਲਦੇ ਹਨ। ਵੈਸੇ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਪ੍ਰਾਚੀਨ ਪੰਜਾਬੀ ਦਾ ਹੀ ਹਿੱਸਾ ਸਨ। ਸੋ ਸੁਭਾਵਿਕ ਰੂਪ ਦੇ ਵਿੱਚ ਉੱਥੇ ਜਦੋਂ ਸਟੇਟਾਂ ਬਣੀਆਂ, ਜਦੋਂ ਰਾਜ ਬਣੇ, ਤਾਂ ਜਿਹੜੇ ਉਹ ਰਾਜ ਰਹਿ ਗਏ ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੀ ਰਹਿ ਗਏ। ਭਾਵੇਂ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਭਾਸ਼ਾਵਾਂ ਵੀ ਵਿਕਸਿਤ ਕਰ ਲਈਆਂ, ਪਰ ਪੰਜਾਬੀ ਉੱਥੇ ਇੱਕ ਜੜ ਦੇ ਰੂਪ ਵਿੱਚ ਪਈ ਹੋਈ ਹੈ ਤੇ ਅੱਜ ਵੀ ਉੱਥੋਂ ਦੇ ਲੋਕ ਪੰਜਾਬੀ ਬੋਲਦੇ ਹਨ। ਹਾਂ, ਪੰਜਾਬ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਹੈ ਜਿਹੜੀ, ਉਹਦੇ ਉੱਤੇ ਇਹਨਾਂ ਸਾਰੀਆਂ ਰਾਜਾਂ ਦੀਆਂ ਬੋਲੀਆਂ ਦਾ ਪ੍ਰਭਾਵ ਪੈਣਾ ਸੁਭਾਵਿਕ ਗੱਲ ਹੈ ਤੇ ਇਹ ਪੈਣਾ ਚਾਹੀਦਾ ਵੀ ਹੈ।
ਤੇ ਇਹ ਪੈਣਾ ਚੰਗੀ ਗੱਲ ਵੀ ਹੈ। ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰਾ ਪੱਛਮੀ ਅਤੇ ਬਾਕੀ ਭਾਸ਼ਾਵਾਂ ਦਾ ਸਾਹਿਤ ਅਨੁਵਾਦ ਹੋ ਰਿਹਾ ਹੈ ਅਤੇ ਪੰਜਾਬੀ ਵਿੱਚ ਭਾਰਤੀ ਪਰੰਪਰਾਗਤ ਤੇ ਪੱਛਮੀ ਸਾਹਿਤਕ ਸਿਨਫਾਂ ਵਿੱਚ ਸਾਹਿਤ ਸਿਰਜਿਆ ਜਾ ਰਿਹਾ ਹੈ। ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਗਿਆਨ ਵਿਗਿਆਨ ਦੇ ਹਰ ਖੇਤਰ ਵਿੱਚ ਪੰਜਾਬੀ ਵਰਤੀ ਜਾ ਰਹੀ ਹੈ। ਪੰਜਾਬੀ ਦੇ ਵਿਆਕਰਨ ਦੀ ਸੂਖਮ ਅਤੇ ਸੰਜੀਦਾ ਖੋਜਬੀਨ ਹੋ ਰਹੀ ਹੈ। ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਦੇ ਵਧਣ ਨਾਲ ਉਪ ਭਾਸ਼ਾਵਾਂ ਵਿੱਚ ਬਹੁਤ ਮਜ਼ਬੂਤ ਆਦਾਨ ਪ੍ਰਦਾਨ ਹੋ ਰਿਹਾ ਹੈ। ਬਾਹਰਲੇ ਰਾਜਾਂ ਦੀਆਂ ਭਾਸ਼ਾਵਾਂ ਪੰਜਾਬੀ ਨੂੰ ਅਮੀਰ ਕਰ ਰਹੀਆਂ ਹਨ ਤੇ ਬਾਹਰਲੇ ਰਾਜਾਂ ਦੀਆਂ ਭਾਸ਼ਾਵਾਂ ਉੱਪਰ ਪੰਜਾਬੀ ਦਾ ਪ੍ਰਭਾਵ ਵੀ ਪੈ ਰਿਹਾ ਹੈ। ਸ਼ਹਿਰੀਕਰਨ ਅਤੇ ਪੇਂਡੂਕਰਨ ਕਰਕੇ ਵੀ ਪੰਜਾਬੀ ਅਮੀਰ ਹੋ ਰਹੀ ਹੈ, ਕਿਉਂਕਿ ਸ਼ਹਿਰੀ ਪੰਜਾਬੀ ਦਾ ਆਪਣਾ ਸ਼ਬਦ ਭੰਡਾਰ ਵਿਕਸਿਤ ਹੋ ਰਿਹਾ ਹੈ ਅਤੇ ਪੇਂਡੂ ਪੰਜਾਬੀ ਦਾ ਆਪਣਾ ਸ਼ਬਦ ਭੰਡਾਰ ਵਿਕਸਿਤ ਹੋ ਰਿਹਾ ਹੈ। ਪੰਜਾਬੀ ਭਾਸ਼ਾ ਦਾ ਇਤਿਹਾਸ ਇਹ ਦੱਸਦਾ ਹੈ ਕਿ ਪੰਜਾਬੀ ਭਾਸ਼ਾ ਦੀ ਪਾਚਨ ਸ਼ਕਤੀ ਇੰਨੀ ਵੱਡੀ ਹੈ ਕਿ ਇਸ ਨੇ ਹਰ ਭਾਸ਼ਾ ਨੂੰ ਆਪਣੇ ਵਿੱਚ ਰਲਾ ਲਿਆ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨੂੰ ਜਦੋਂ ਵੀ ਇਸ ਦੀ ਮੁੱਖ ਧਾਰਾ ਨਾਲੋਂ ਤੋੜ ਕੇ ਵੇਖਿਆ ਜਾਵੇਗਾ, ਉਦੋਂ ਹੀ ਇਹ ਨਵੀਂ ਵਿਕਸਿਤ ਹੋਈ ਜਾਂ ਸੰਗਠਿਤ ਹੋਈ ਭਾਸ਼ਾ ਨੂੰ ਪਿੱਛੇ ਛੱਡ ਕੇ ਆਪਣੀ ਸਧਾਰਨ ਚਾਲ ਚੱਲਦੀ ਰਹੇਗੀ। ਅਜੋਕੇ ਦੌਰ ਵਿੱਚੋਂ ਵੀ ਉਦਾਹਰਨ ਇਹ ਲਈ ਜਾ ਸਕਦੀ ਹੈ ਕਿ ਭਾਵੇਂ ਅੱਜ ਵੀ ਵਿਦਵਤਾ ਜਾਂ ਯੂਨੀਵਰਸਿਟੀਆਂ ਜਾਂ ਕਾਲਜਾਂ ਜਾਂ ਪ੍ਰੋਫੈਸਰਾਂ ਦੀ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਨਾਲੋਂ ਦੂਰ ਹੋ ਰਹੀ ਹੈ, ਪਰ ਸਮਾਂ ਪਾ ਕੇ ਬੋਲਚਾਲ ਦੀ ਭਾਸ਼ਾ ਵਿਦਵਤਾ ਦੀ ਜਾਂ ਵਿਦਵਾਨਾਂ ਦੀ ਜਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਆਲੋਚਕ ਜਿਹੜੇ ਬੈਠੇ ਆ ਉਹਨਾਂ ਦੀ ਭਾਸ਼ਾ ਨੂੰ ਇੱਕ ਵਾਰ ਫਿਰ ਪਿੱਛੇ ਛੱਡ ਕੇ ਅੱਗੇ ਲੰਘ ਜਾਵੇਗੀ। ਪੰਜਾਬੀ ਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਵਾਂ ਜਿਨ੍ਹਾਂ ਦੇ ਉੱਤੇ ਮੈਂ ਝਾਤ ਮਾਰਨੀ ਚਾਹਾਂਗਾ। ਸਭ ਤੋਂ ਪਹਿਲੀ ਗੱਲ, ਪੰਜਾਬੀ ਭਾਸ਼ਾ ਸੰਯੋਗਾਤਮਕ ਵੀ ਹੈ ਤੇ ਵਿਯੋਗਾਤਮਕ। ਉਦਾਹਰਨ ਲਈ ਆਪਾਂ ਸ਼ਬਦ ਵਰਤ ਸਕਦੇ ਹਾਂ ਮੈਥੋਂ ਤੇ ਮੇਰੇ ਤੋਂ ਵੀ ਵਰਤਿਆ ਜਾ ਸਕਦਾ ਹੈ। ਬਾਹਰਲਾ ਸੰਯੋਗਾਤਮਕ ਸ਼ਬਦ ਹੈ ਤੇ ਬਾਹਰ ਵਾਲਾ ਵਿਯੋਗਾਤਮਕ ਸ਼ਬਦ ਹੈ। ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਪੰਜਾਬੀ ਭਾਰਤ ਦੀ ਕੇਵਲ ਇੱਕੋ ਸੁਰਾਤਮਕ ਭਾਸ਼ਾ ਹੈ। ਜਿਵੇਂ ਚਾਹ, ਰਾਹ, ਸਾਹ ਵਿੱਚ ਹਾਹਾ ਨਾ ਉਚਾਰ ਕੇ ਸਾਹ ਨੂੰ ਹੀ ਕੇਵਲ ਧੱਕਾ ਜਿਹਾ ਮਾਰਿਆ ਜਾਂਦਾ ਹੈ। ਤੀਸਰੀ ਵਿਸ਼ੇਸ਼ਤਾ ਹੈ ਕਿ ਹਰ ਨਾਮ ਸ਼ਬਦ ਦਾ ਇਸਤਰੀ ਲਿੰਗ ਅਤੇ ਪੁਲਿੰਗ ਜ਼ਰੂਰ ਹੋਵੇਗਾ ਅਤੇ ਅਖੀਰ ਵਿੱਚ ਪੰਜਾਬੀ ਸਰਲ, ਸਪਸ਼ਟ ਅਤੇ ਸਾਦਗੀ ਵਾਲੀ ਭਾਸ਼ਾ ਹੈ। ਸੋ ਪੰਜਾਬੀ ਵਰਤਣ ਵਿੱਚ ਬਹੁਤ ਸਾਰੀਆਂ ਅਣਗਹਿਲੀਆਂ ਵੀ ਲੋਕ ਕਰਦੇ ਹਨ ਜਾਂ ਸਾਡੇ ਤੋਂ ਵੀ ਅਣਗਹਿਲੀਆਂ ਹੋ ਜਾਂਦੀਆਂ ਹਨ। ਜਿਵੇਂ ਮੰਡੀ ਵਿੱਚ ਚਾਵਲ ਆ ਗਿਆ ਹੈ, ਸੋ ਇੱਥੇ ਚਾਵਲ ਸ਼ਬਦ ਦੀ ਥਾਂ ਤੇ ਚੌਲ ਵਰਤਣਾ ਜ਼ਰੂਰੀ ਹੈ ਤੇ ਮੈਂ ਤਾਂ ਇਹ ਵੀ ਕਹਾਂਗਾ ਕਿ ਚੌਲ ਵੀ ਨਹੀਂ, ਇੱਥੇ ਝੋਨਾ ਵਰਤਣਾ ਚਾਹੀਦਾ ਹੈ, ਕਿਉਂਕਿ ਪੰਜਾਬੀਆਂ ਵਾਸਤੇ ਚਾਵਲ ਜਾਂ ਚੌਲ ਸ਼ਬਦ ਨਹੀਂ, ਝੋਨੇ ਵਾਸਤੇ ਵਰਤਿਆ ਜਾਣ ਵਾਲਾ ਸ਼ਬਦ ਝੋਨਾ ਹੈ ਅਤੇ ਜਿਹੜੇ ਅਸੀਂ ਘਰੇ ਬਣਾ ਕੇ ਖਾਂਦੇ ਹਾਂ, ਜਿਹੜੇ ਝੋਨੇ ਵਿੱਚੋਂ ਦਾਣੇ ਨਿਕਲਦੇ ਹਨ, ਉਹਨਾਂ ਨੂੰ ਅਸੀਂ ਚੌਲ ਕਹਿੰਦੇ ਹਾਂ, ਨਾ ਕਿ ਚਾਵਲ। ਸੋ ਵਿਦਿਆਰਥੀਓ, ਅੱਜ ਦੇ ਲੈਕਚਰ ਲਈ ਬਸ ਇੰਨਾ ਹੀ। ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦੇਣਾ ਚਾਹੁੰਦਾ ਹਾਂ ਕਿ ਇਸ ਲੈਕਚਰ ਲਈ ਬੂਟਾ ਸਿੰਘ ਬਰਾੜ ਦੀ ਪੁਸਤਕ ਪੰਜਾਬੀ ਭਾਸ਼ਾ ਦੇ ਸਰੋਤ ਅਤੇ ਸਰੂਪ ਤੋਂ ਅਤੇ ਇੱਕ ਅਗਿਆਤ ਸੱਜਣ ਦੇ ਨੋਟਸਾਂ ਤੋਂ ਸਹਾਇਤਾ ਲਈ ਗਈ ਹੈ। ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀਓ, ਸਦਾ ਖੁਸ਼ ਰਹੋ। ਬਹੁਤ ਬਹੁਤ ਧੰਨਵਾਦ।